ਵੀ ਇੱਥੋਂ ਤੱਕ ਜੀਵਨ ਦੀ ਹਾਲਤ ਹੈ। ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਏ। ਵੀ ਬਹੁਤੇ ਐਸੇ ਨੇ ਵੀ ਜੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਉਹਦੇ ਕੋਲੋਂ ਲੈ ਕੇ ਉਹਨੂੰ ਹੰਢਾ ਰਹੇ ਨੇ, ਵਰਤ ਰਹੇ ਨੇ, ਪਰ ਉਹਦਾ ਸ਼ੁਕਰਾਨਾ ਨਹੀਂ ਕਰਦੇ। ਮੁੱਕਰ ਜਾਣ ਤੋਂ ਭਾਵ ਹੈ ਵੀ ਦਾਤ ਲੈ ਕੇ ਮਾਲਕ ਨੂੰ ਚੇਤੇ ਨਾ ਕਰਨਾ, ਉਹਦਾ ਧੰਨਵਾਦ ਨਾ ਕਰਨਾ, ਇਹ ਆ ਮੁੱਕਰ ਜਾਣਾ। ਹੁਣ ਦੁਨਿਆਵੀ ਤੌਰ ਤੇ ਵੀ ਦੇਖੀਏ, ਜਿਸ ਬੰਦੇ ਨੂੰ ਮੁੱਕਰਨ ਦੀ ਆਦਤ ਹੋਵੇ, ਲੈ ਕੇ ਮੁੱਕਰ ਜੇ, ਉਹਨੂੰ ਕੋਈ ਦੁਬਾਰਾ ਪੈਸਾ ਨਹੀਂ ਦਿੰਦਾ। ਫਿਰ ਜਾਂ ਕੋਈ ਵੀ ਚੀਜ਼ ਹੈ ਵੀ ਕਿਸੇ ਕੋਲੋਂ ਕੁਝ ਮੰਗਿਆ, ਸਾਨੂੰ ਮਿਲ ਗਿਆ ਤੇ ਲੈ ਕੇ ਮੁੱਕਰ ਗਏ ਭਾਈ, ਤੇ ਇੱਕ ਵਾਰੀ ਮੁੱਕਰ ਜਾਾਂਗੇ, ਦੋ ਵਾਰੀ ਮੁੱਕਰ ਜਾਾਂਗੇ, ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਭਾਈ ਇਹਨੂੰ ਤਾਂ ਦੇਣਾ ਹੀ ਵਿਅਰਥ ਹੈ, ਇਹ ਤਾਂ ਦੇ ਕੇ ਲੈ ਕੇ ਮੁੜ ਕੇ ਦਿੰਦਾ ਕੋਈ ਨਹੀਂ, ਮੁੱਕਰ ਹੀ ਜਾਂਦਾ ਹੈ। ਗੁਰੂ ਸਾਹਿਬ ਆਖਦੇ ਨੇ ਬਿਲਕੁਲ ਤੇਰੀ ਹਾਲਤ ਵੀ ਪ੍ਰਮਾਤਮਾ ਦੇ ਦਰਬਾਰ ਵਿੱਚ ਇਸ ਤਰ੍ਹਾਂ ਹੀ ਹੋਣੀ ਹੈ ਵੀ ਮਾਲਕ ਨੇ ਤੂੰ ਬੇਅੰਤ ਦਾਤਾਂ ਦਿੱਤੀਆਂ ਨੇ, ਜੇ ਤਾਂ ਸ਼ੁਕਰਾਨਾ ਕਰੇਗਾ, ਧੰਨਵਾਦ ਕਰੇਗਾ ਭਾਈ, ਫਿਰ ਤਾਂ ਹੋਰ ਤੇਰੀਆਂ ਝੋਲੀਆਂ ਭਰੇਗਾ। ਜੇ ਲੈ ਕੇ ਮੁੱਕਰ ਗਿਆ, ਨਾ ਸ਼ੁਕਰਾਨਾ ਕੀਤਾ, ਫਿਰ ਗੁਰੂ ਸਾਹਿਬ ਆਖਦੇ ਨੇ ਦੁਨਿਆਵੀ ਤੌਰ ਤੇ ਨਿਗਾਹ ਮਾਰ ਕੇ ਵੇਖ ਲੈ ਭਾਈ ਮੁੱਕਰਨ ਵਾਲੇ ਦਾ ਕੀ ਹਾਲ ਹੁੰਦਾ ਹੈ। ਕਿਸੇ ਕੋਲੋਂ ਲਿਆ ਜੇ ਯਾਦ ਹੈ, ਅੱਗੋਂ ਵੀ ਲੈਣ ਦੇ ਹੱਕਦਾਰ ਆ, ਜੇ ਲੈ ਕੇ ਮੁੱਕਰ ਗਏ ਫਿਰ ਅੱਗੋਂ ਮਿਲਦਾ ਕੁਝ ਨਹੀਂ। ਇਸ ਤਰ੍ਹਾਂ ਹੀ ਪ੍ਰਮਾਤਮਾ ਦੇ ਦਰਬਾਰ 'ਚ ਗੁਰੂ ਸਾਹਿਬ ਆਖਦੇ ਨੇ ਭਾਈ ਤੇਰਾ ਫਰਜ਼ ਬਣਦਾ ਹੈ ਵੀ ਜੋ ਤੈਨੂੰ ਮਿਲਿਆ ਮੁੱਕਰ ਨਾ, ਉਸ ਮਾਲਕ ਦਾ ਸ਼ੁਕਰਾਨਾ ਕਰ। ਜਿਹੜੇ ਮੁੱਕਰ ਜਾਂਦੇ ਨੇ ਗੁਰੂ ਸਾਹਿਬ ਨੇ ਉਹਨਾਂ ਬਾਬਤ ਫਿਰ ਬਚਨ ਕੀਤੇ ਨੇ, ਕੇਤੇ ਮੂਰਖ ਖਾਹੀ ਖਾਏ, ਅਨੇਕਾਂ ਮੂਰਖ ਜੋ ਪਦਾਰਥ ਲੈ ਕੇ ਮੁੱਕਰੇ ਹੋਏ ਨੇ, ਜੋ ਪਦਾਰਥ ਲੈ ਕੇ ਮੁੱਕਰ ਜਾਂਦੇ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਮੂਰਖ ਆਖਿਆ ਵੀ ਅਵਲ ਦਰਜੇ ਦੇ ਮੂਰਖ ਨੇ। ਮੂਰਖਤਾ ਤਾਂ ਹੈ ਹੀ ਹੈ ਵੀ ਮਾਲਕ ਨੇ ਕਿਰਪਾ ਕੀਤੀ, ਰਹਿਮਤ ਬਖਸ਼ਿਸ਼ ਕੀਤੀ, ਝੋਲੀਆਂ ਭਰ ਦਿੱਤੀਆਂ, ਫਿਰ ਆਪਣੇ ਫਰਜ਼ ਨੂੰ ਜੇ ਨਾ ਪਛਾਣਿਆ, ਉਸ ਮਾਲਕ ਦਾ ਸ਼ੁਕਰਾਨਾ ਨਾ ਕੀਤਾ, ਫਿਰ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਅਵਲ ਦਰਜੇ ਦਾ ਮੂਰਖ ਹੈ। ਪਰ ਸਾਡੀ ਹਾਲਤ ਕੀ ਹੈ ਸੰਸਾਰਕ ਜੀਵਾਂ ਦੀ? ਜਦੋਂ ਤੱਕ ਸਾਨੂੰ ਲੋੜ ਹੈ, ਕੁਝ ਮੰਗ ਅਧੂਰੀ ਹੈ, ਮਨੁੱਖ ਦੋਨੋਂ ਵਕਤ ਮਾਲਕ ਦਾ ਸ਼ੁਕਰਾਨਾ ਵੀ ਕਰੇਗਾ, ਮੰਗੇਗਾ ਵੀ, ਗੁਰੂ ਘਰ ਵੀ ਆਏਗਾ, ਨੰਗੇ ਪੈਰਾਂ ਵੀ ਆ ਜਾਏਗਾ, ਪਰ ਜਿਵੇਂ ਕਿਰਪਾ ਵਰਤ ਗਈ ਮਾਲਕ, ਫਿਰ ਤੂੰ ਕੌਣ ਤੇ ਮੈਂ ਕੌਣ। ਇਹ ਸ਼ੁਕਰਾਨਾ ਨਹੀਂ ਆਪਾਂ ਕਰਦੇ। ਪਹਿਲਾਂ ਵੀ ਕਈ ਵਾਰ ਅਰਜ਼ ਕੀਤੀ ਹੈ ਵੀ ਸਾਡੀ ਸੰਸਾਰਕ ਜੀਵਨ ਦੀ ਹਾਲਤ ਐਸੀ ਵੀ ਕਿਸੇ ਮਨੁੱਖ ਨੂੰ ਭੁੱਖ ਲੱਗੀ, ਹੁਣ ਜੰਗਲ ਵਿੱਚ ਖਾਣ ਵਾਸਤੇ ਕੁਝ ਵੀ ਨਜ਼ਰ ਨਾ ਆਇਆ, ਉਹਨੂੰ ਖਜੂਰ ਦਾ ਬੂਟਾ ਦਿਸਿਆ, ਹੁਣ ਹੇਠਾਂ ਖੜਾ ਹੋ ਕੇ ਵੇਖਦਾ ਖਜੂਰਾਂ ਪੱਕੀਆਂ ਹੋਈਆਂ ਨੇ, ਪਰ ਉੱਥੇ ਪਹੁੰਚੇ ਕਿਵੇਂ? ਆਖਰ ਕਹਿੰਦੇ ਉਹਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਵੀ ਮੈਂ ਠੀਕ ਠਾਕ ਚੜ ਜਾ ਤੇ ਮੈਂ 11 ਰੁਪਏ ਦਾ ਪ੍ਰਸ਼ਾਦ ਬਈ ਤੈਨੂੰ ਭੇਟਾ ਕਰਾਂਗਾ। ਕਿਰਪਾ ਵਰਤੀ, ਚੜ ਗਿਆ, ਖਜੂਰਾਂ ਖਾਧੀਆਂ। ਜਦੋਂ ਪੇਟ ਭਰ ਗਿਆ, ਥੋੜਾ ਜਿਹਾ ਹੇਠਾਂ ਆਇਆ ਨਾ, ਅੱਧ ਵਿੱਚ ਕਹਿੰਦਾ ਪਰਮਾਤਮਾ 11 ਤਾਂ ਬਹੁਤ ਜ਼ਿਆਦਾ ਨੇ, ਮੈਂ 5 ਰੁਪਏ ਦਾ ਪ੍ਰਸ਼ਾਦ ਚੜਾਵਾਂਗਾ। ਹੋਰ ਜਦੋਂ ਥੱਲੇ ਆਇਆ, ਕਹਿੰਦਾ ਮਹਾਰਾਜ ਮਿਹਨਤ ਤਾਂ ਮੇਰੀ ਵੀ ਲੱਗੀ ਹੈ, 5 ਵੀ ਜ਼ਿਆਦਾ, ਮੈਂ ਤਾਂ 2.5 ਰੁਪਏ ਦਾ ਪ੍ਰਸ਼ਾਦ ਦਿਆਂਗਾ। ਕਰਦਾ ਕਰਦਿਆ 2.5 ਤੋਂ 1.25 ਤੇ ਆਇਆ। ਜਦੋਂ ਜ਼ਮੀਨ ਤੇ ਹੇਠਾਂ ਪੈਰ ਲੱਗ ਗਏ, ਕਹਿੰਦਾ ਪਰਮਾਤਮਾ ਤੂੰ ਪੈਸੇ ਦਾ ਕੀ ਕਰਨਾ ਹੈ? ਸਭ ਕੁਝ ਤੇਰਾ ਹੀ ਹੈ, ਜੋ ਮੇਰੇ ਕੋਲ ਹੈ ਉਹ ਤੇਰੇ ਕੋਲ ਹੈ, ਤੂੰ ਪੈਸੇ ਦਾ ਕੀ ਕਰੇਗਾ? ਮੈਂ ਪ੍ਰਸ਼ਾਦ ਕੋਈ ਨਹੀਂ ਚੜਾਉਣਾ, ਵੀ ਤੂੰ ਹੀ ਦੇਣ ਵਾਲਾ, ਤੂੰ ਹੀ ਮੈਨੂੰ ਦਿੱਤੇ ਨੇ, ਵੀ ਤੂੰ ਪੈਸੇ ਦਾ ਕੀ ਕਰਨਾ? ਮੈਨੂੰ ਤਾਂ ਪੈਸੇ ਦੀ ਲੋੜ ਹੈ, ਮੈਂ ਤਾਂ ਇਹਨਾਂ ਨੂੰ ਖਰਚਾਂਗਾ, ਕਿਤੇ ਵਰਤਾਂਗਾ, ਵੀ ਮੈਂ ਪ੍ਰਸ਼ਾਦ ਕੋਈ ਨਹੀਂ ਚੜਾਉਣਾ। ਇਹ ਹੈ ਵੀ ਮੁੱਕਰ ਜਾਣਾ। ਪਰ ਗੁਰੂ ਸਾਹਿਬ ਆਖਦੇ ਨੇ ਜਿਹੜੇ ਲੈ ਕੇ ਮੁੱਕਰੇ ਹੋਏ ਨੇ, ਸਭ ਤੋਂ ਵੱਡੀ ਦਾਤ ਹੈ ਵੀ ਸਾਨੂੰ ਮਨੁੱਖਾ ਜਨਮ ਮਿਲਿਆ ਹੈ। ਦੂਜਾ, ਸਾਡਾ ਸਰੀਰ ਸਵਸਥ ਹੈ, ਅਸੀਂ ਤੁਰ ਫਿਰ ਸਕਦੇ ਹਾਂ, ਸੁਣ ਸਕਦੇ ਹਾਂ, ਵੇਖ ਸਕਦੇ ਹਾਂ। ਇਹ ਵੱਡੀਆਂ ਅਨਮੁੱਲੀਆਂ ਦਾਤਾਂ ਨੇ ਜੋ ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਪਰਿਵਾਰ ਹੈ, ਇੱਜ਼ਤ ਮਾਣ ਸਤਿਕਾਰ, ਧਨ ਦੌਲਤ, ਮਹਿਲ ਮਾੜੀਆਂ, ਜੋ ਕੁਝ ਵੀ ਸਾਡੇ ਕੋਲ ਅੱਜ ਹੈ ਉਸ ਮਾਲਕ ਦੀਆਂ ਅਨਮੁੱਲੀਆਂ ਦਾਤਾਂ ਨੇ, ਜੋ ਨੇ ਬਿਨਾਂ ਮੰਗਿਆ ਸਾਨੂੰ ਦਿੱਤੀਆਂ ਨੇ। ਐਸੀਆਂ ਬੇਅੰਤ ਦਾਤਾਂ ਨੇ ਸਾਡੇ ਜੀਵਨ ਵਿੱਚ, ਆਪਾਂ ਝਾਤ ਮਾਰੀਏ, ਜੋ ਬਿਨਾਂ ਮੰਗਿਆ ਮਾਲਕ ਨੇ ਸਾਡੀ ਝੋਲੀ ਵਿੱਚ ਪਾਈਆਂ ਨੇ।
ਸਾਡਾ ਹੈ ਕੀ? ਕੁਝ ਵੀ ਨਹੀਂ। ਗੁਰੂ ਸਾਹਿਬ ਆਖਦੇ ਨੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸਾਰਾ ਕੁਝ ਹੀ ਉਹਦਾ ਹੈ। ਸੋਈ ਸੁਗੜ ਸੋ ਜਾਨੀ, ਉਹਨੇ ਸਾਡਾ ਦੁੱਖ ਸੁਣਨਾ, ਸੁਣ ਕੇ ਦੂਰ ਕਰਨਾ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ, ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ ਤਿਲ, ਤਿੰਨ ਤਿਲ ਨਹੀਂ ਕੀਮਤ ਜਾਣੀ। ਹੋਰ ਜਿੱਥੇ ਮਰਜੀ ਜਾ ਕੇ ਯਤਨ ਕਰ, ਜਿੰਨੇ ਮਰਜੀ ਢੰਗ ਤਰੀਕੇ ਵਰਤ, ਕਿਸ ਨੂੰ ਜਾ ਕੇ ਦੁੱਖ ਸੁਣਾ, ਅਗਲਾ ਸੁਣ ਲੇਗਾ। ਪਹਿਲੀ ਗੱਲ ਤਾਂ ਅੱਜ ਕੱਲ੍ਹ ਸੁਣਦਾ ਹੀ ਕੋਈ ਨਹੀਂ। ਜੇ ਸੁਣ ਲੇਗਾ, ਭਾਈ ਤੇਰਾ ਦੁੱਖ ਨਹੀਂ ਦੂਰ ਕਰ ਸਕਦਾ। ਪਰਮਾਤਮਾ ਕੋਲ ਆ ਕੇ ਬਹਿ ਕੇ ਤੇ ਦੁੱਖ ਸੁਣਾਵੇਂਗਾ, ਗੁਰੂ ਤੇਰਾ ਦੁੱਖ ਵੀ ਸੁਣੇਗਾ ਤੇ ਦੁੱਖ ਨੂੰ ਦੂਰ ਵੀ ਕਰੇਗਾ। ਕਿਉਂ? ਉਹਦੇ ਕੋਲੇ ਤਾਕਤ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧਿਐ ਪੂਰਨ ਸਤਿਗੁਰ ਗਿਆਨ। ਆਪਾਂ ਹੁਣ ਸਿਮਰਨ ਕਰ ਰਹੇ ਹਾਂ, ਭਜਨ ਬੰਦਗੀ ਕਰ ਰਹੇ ਹਾਂ। ਇਹਦੇ ਕਰਨ ਦੇ ਨਾਲ ਸਾਡੇ ਜੀਵਨ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਰਿਹਾ ਹੈ। ਜਿਸ ਸਿਮਰਤ, ਜਿਹਦਾ ਸਿਮਰਨ ਕਰਨ ਦੇ ਨਾਲ ਮਿਲਦਾ ਕੀ ਹੈ? ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ। ਜਿਹਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਜੋ ਆਪਾਂ ਸਿਮਰਨ ਕਰ ਰਹੇ ਹਾਂ ਨਾ ਬੈਠ ਕੇ, ਇਹ ਸਾਨੂੰ ਪਤਾ ਨਹੀਂ ਸਾਡੇ ਜੀਵਨ ਦੇ ਕਿੰਨੇ ਵੱਡੇ ਵੱਡੇ ਦੁੱਖ ਘਟਦੇ ਜਾ ਰਹੇ ਨੇ, ਪ੍ਰਮਾਤਮਾ ਮਿਟਦਾ ਜਾ ਰਿਹਾ ਹੈ। ਕਿੰਨੀਆਂ ਜ਼ਿੰਦਗੀਆਂ ਦੀਆਂ ਰੁਕਾਵਟਾਂ ਸਾਡੀਆਂ ਪ੍ਰਮਾਤਮਾ ਦੂਰ ਕਰਦਾ ਜਾ ਰਿਹਾ ਹੈ, ਸੰਗਤ ਕਰਨ ਦੇ ਨਾਲ, ਨਾਮ ਜਪਣ, ਨਾਮ ਸੁਣਨ ਦੇ ਨਾਲ। ਅੱਗੇ ਕਿਰਪਾ ਕੀਤੀ ਹੈ। ਦੇਖੋ, ਜਿਹੜਾ ਸੰਗਤ ਕਰਦਾ ਉਹਦੇ ਚ ਇੱਕ ਹੋਰ ਬਦਲਾਅ ਆਉਂਦਾ ਹੈ। ਆਮ ਕਰਕੇ ਅਸੀਂ ਸਾਰੇ ਸੁੱਖ ਮੰਗਦੇ ਹਾਂ, ਸਾਨੂੰ ਸੁੱਖ ਹੀ ਚਾਹੀਦਾ ਹੈ। ਸੁੱਖ ਮਿਲੇ ਤੇ ਬੜੇ ਖੁਸ਼ ਹਾਂ, ਮਾਲਕ ਨੂੰ ਵੀ ਭੁੱਲ ਬੈਠੇ ਆ, ਵੀ ਸ਼ੁਕਰਾਨਾ ਨਹੀਂ ਕਰਦੇ, ਗੁਰੂ ਸਾਹਿਬ ਆਖਦੇ ਨੇ। ਪਰ ਜੇ ਕਿਤੇ ਜ਼ਿੰਦਗੀ ਵਿੱਚ ਥੋੜਾ ਜਿਹਾ ਵੀ ਦੁੱਖ ਆ ਜਾਏ, ਫਿਰ ਮਨੁੱਖ ਡੋਲ ਜਾਂਦਾ ਹੈ। ਕਈ ਵਾਰੀ ਆਪਣੇ ਗੁਰੂ ਦਾ ਦਰ ਹੀ ਛੱਡ ਕੇ ਦੂਏ ਪਾਸੇ ਤੁਰ ਪੈਂਦਾ, ਵੀ ਇੱਥੋਂ ਹੀ ਕਿਤੇ ਮੇਰਾ ਦੁੱਖ ਦੂਰ ਹੋ ਜਾਏ। ਪਰ ਗੁਰੂ ਸਾਹਿਬ ਆਖਦੇ ਨਹੀਂ ਭਾਈ, ਇੱਕ ਦੁੱਖ ਸੁੱਖ ਤਾਂ ਕੱਪੜੇ ਦੇ ਨਿਆਈ ਨੇ। ਜਿਵੇਂ ਮਨੁੱਖ ਰੋਜ਼ ਭਾਵੇਂ ਕਿੰਨਾ ਵਧੀਆ ਵਸਤਰ ਹੋਵੇ, ਉਹਨੂੰ ਰੋਜ਼ ਨਹੀਂ ਪਾ ਸਕਦਾ, ਇੱਕ ਕੱਪੜੇ ਨੂੰ ਬਦਲਣਾ ਪਵੇਗਾ। ਇਹ ਨਹੀਂ ਵੀ ਵਧੀਆ ਹੈ, ਇਹਦੀ ਕੀਮਤ ਭਾਵੇਂ ਲੱਖਾਂ 'ਚ ਕਿਉਂ ਨਾ ਹੋਵੇ, ਵੀ ਰੋਜ਼ ਉਹਨੂੰ ਪਾ ਕੇ ਤੁਰੇ, ਨਹੀਂ, ਉਹਨੂੰ ਬਦਲਣਾ ਪੈਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ, ਜ਼ਿੰਦਗੀ ਵਿੱਚ ਦੁੱਖ ਸੁੱਖ ਹੈ ਜਿਹੜਾ ਕੱਪੜੇ ਦੇ ਨਿਆਈ ਹੈ। ਦੁੱਖ ਸੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ, ਵੀ ਜ਼ਿੰਦਗੀ ਵਿੱਚ ਕਦੇ ਦੁੱਖ ਕਦੇ ਸੁੱਖ, ਇਹ ਚੱਲਦਾ ਰਹਿੰਦਾ ਹੈ। ਇੱਥੇ ਗੁਰੂ ਸਾਹਿਬ ਨੇ ਸਮਝਾਇਆ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾ। ਵੀ ਕਿੰਨੇ ਸੰਸਾਰ ਤੇ ਐਸੇ ਨੇ, ਗੁਰੂ ਸਾਹਿਬ ਆਖਦੇ ਨੇ, ਜਿਨ੍ਹਾਂ ਨੂੰ ਵੱਡੇ ਵੱਡੇ ਦੁੱਖ ਲੱਗੇ ਹੋਏ ਨੇ ਆਪਣੇ ਕੀਤੇ ਕਰਮਾਂ ਕਰਕੇ। ਪਰਮਾਤਮਾ ਵਾਹਿਗੁਰੂ ਕਿਸੇ ਨੂੰ ਦੁੱਖ ਨਹੀਂ ਦਿੰਦਾ। ਜੇ ਜ਼ਿੰਦਗੀ ਵਿੱਚ ਦੁੱਖ ਹੈ, ਕੋਈ ਰੁਕਾਵਟ ਹੈ, ਉਹਦੇ ਜ਼ਿੰਮੇਵਾਰ ਅਸੀਂ ਆਪ ਹਾਂ। ਕਿਤੇ ਨਾ ਕਿਤੇ ਮਾੜਾ ਕਰਮ ਹੋਇਆ, ਹੁਣ ਨਹੀਂ ਹੋਇਆ, ਪਿੱਛੇ ਕਰਕੇ ਆਏ ਆ, ਪਿਛਲੇ ਜਨਮ ਵਿੱਚ ਕੀਤਾ ਜ਼ਰੂਰ ਹੈ, ਬੀਜ ਕਿਤੇ ਜ਼ਰੂਰ ਬੀਜਿਆ, ਜਿਹਦਾ ਫਲ ਹੁਣ ਖਾਣ ਨੂੰ ਮਿਲ ਰਿਹਾ ਹੈ। ਕਿੰਨੇ ਐਸੇ ਨੇ, ਗੁਰੂ ਸਾਹਿਬ ਆਖਦੇ ਜਿਨ੍ਹਾਂ ਨੂੰ ਅਣਗਿਣਤ ਦੁੱਖ ਨੇ। ਕੇਤਿਆਂ ਦੁੱਖ ਭੂਖ ਸਦ ਮਾਰ, ਕਈ ਐਸੇ ਨੇ ਵੀ ਦਿਨ ਰਾਤ ਮਿਹਨਤ ਕਰਕੇ ਖਾਣ ਵਾਸਤੇ ਉਹਨਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ, ਤਾਂ ਉਹ ਵੀ ਪ੍ਰਮਾਤਮਾ ਦੇ ਜੀਵ। ਪਰ ਗੁਰੂ ਸਾਹਿਬ ਆਖਦੇ ਨੇ, ਇਹ ਵੀ ਪ੍ਰਮਾਤਮਾ ਦੀ ਦਾਤ ਹੈ। ਵੀ ਜ਼ਿੰਦਗੀ ਵਿੱਚ ਦੁੱਖ ਆ ਗਿਆ, ਤਕਲੀਫ ਆ ਗਈ, ਵੀ ਜਿਹੜਾ ਸਤ ਸੰਗੀ ਹੈ, ਭਗਤ ਹੈ, ਨਾਮ ਜਪਣ ਵਾਲਾ, ਉਹ ਜਿੱਥੇ ਪ੍ਰਮਾਤਮਾ ਦੇ ਸੁੱਖ ਨੂੰ ਝੋਲੀ ਵਿੱਚ ਹੱਸ ਕੇ ਪਾਉਂਦਾ ਹੈ, ਉੱਥੇ ਦੁੱਖ ਨੂੰ ਵੀ ਹੱਸ ਕੇ ਝੋਲੀ ਵਿੱਚ ਪਵਾ ਲੈਂਦਾ ਹੈ। ਵੀ ਵਾਹਿਗੁਰੂ ਤੂੰ ਅਣਗਿਣਤ ਸੁੱਖ ਦਿੱਤੇ ਸਨ, ਤੇਰੀ ਦਾਤ ਸੀ। ਜੇ ਮੇਰੇ ਕਰਮਾਂ ਕਰਕੇ ਕਿਤੇ ਜ਼ਿੰਦਗੀ ਵਿੱਚ ਕੋਈ ਦੁੱਖ ਆ ਗਿਆ, ਵਾਹਿਗੁਰੂ ਇਹ ਵੀ ਤੇਰੀ ਦਾਤ ਹੈ। ਉਹਨੂੰ ਯਕੀਨ ਹੁੰਦਾ ਹੈ ਵੀ ਅੱਜ ਜੇ ਕਰਮਾਂ ਕਰਕੇ ਦੁੱਖ ਮਿਲਿਆ, ਮਾਲਕ ਨੇ ਕੱਲ ਮੈਨੂੰ ਸੁੱਖ ਵੀ ਦੇਣਾ ਹੈ। ਇਹ ਤਾਂ ਸਿਆਣੇ ਵੀ ਆਖਦੇ ਨੇ, ਜੇ ਦਿਨ ਉਹ ਨਹੀਂ ਰਹੇ ਤੇ ਦਿਨ ਆ ਵੀ ਨਹੀਂ ਰਹਿਣੇ। ਵੀ ਜੇ ਜ਼ਿੰਦਗੀ ਵਿੱਚ ਕਿਤੇ ਦੁੱਖ ਆ ਗਿਆ, ਗੁਰੂ ਸਾਹਿਬ ਆਖਦੇ ਨੇ, ਭਾਈ ਪ੍ਰਮਾਤਮਾ ਦੀ ਦਾਤ ਸਮਝ ਕੇ ਉਹਨੂੰ ਕਬੂਲ ਕਰ ਲੈ। ਉਲੰਭਾ ਨਾ ਦੇ, ਮਾਲਕ ਨੂੰ ਯਾਦ ਕਰ, ਚਿੰਤਨ ਕਰ, ਭਜਨ ਬੰਦਗੀ ਕਰ। ਇਹੀ ਦੁੱਖ ਫਿਰ ਭਾਈ ਦੁਆਈ ਦੇ ਨਿਆਏ ਕੰਮ ਕਰੇਗਾ, ਤੈਨੂੰ ਸੁੱਖ ਮਿਲ ਜਾਏਗਾ, ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਇਹ ਵੀ ਦਾਤ ਤੇਰੀ ਦਾਤਾਰ, ਇਹ ਸਭ ਗੁਰੂ ਸਾਹਿਬ ਆਖਦੇ ਨੇ, ਵਾਹਿਗੁਰੂ ਤੇਰੀਆਂ ਦਾਤਾਂ ਨੇ। ਦੁੱਖ ਹੈ, ਜੀਵਨ ਵਿੱਚ ਸੁੱਖ ਹੈ, ਸਭ ਮਾਲਕ ਦੀਆਂ ਰਹਿਮਤਾਂ ਬਖਸ਼ਿਸ਼ਾਂ ਨੇ। ਜੇ ਦੁੱਖ ਮਿਲੇ,
ਆਮ ਕਰਕੇ ਆਪਾਂ ਇੱਕ ਪੰਪਲੇਟ ਲੱਗਿਆ ਹੁੰਦਾ ਹੈ, ਉੱਤੇ 3 ਲਾਈਨਾਂ ਲਿਖੀਆਂ ਹੁੰਦੀਆਂ ਨੇ, ਆਮ ਕਰਕੇ ਤੁਸੀਂ ਵੀ ਪੜ੍ਹਿਆ ਹੋਵੇਗਾ ਕਿਤੇ, ਵੀ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਾਰ ਵੇਲੇ ਸਿਮਰਨ। ਇਹ ਜੋ 3 ਸਤਰਾਂ ਨੇ ਬਾ ਕਮਾਲ ਨੇ। ਵੀ ਜੇ ਸੁੱਖ ਮਿਲਿਆ ਤੇ ਮਾਲਕ ਦਾ ਸ਼ੁਕਰਾਨਾ ਕਰਦਾ ਰਹੋ, ਵੀ ਸੁੱਖ ਸदैव ਬਣਿਆ ਰਹੇ, ਦੁੱਖ ਨਾ ਬਣੇ। ਸੁੱਖ ਵੇਲੇ ਜਦੋਂ ਸ਼ੁਕਰਾਨਾ ਨਹੀਂ ਕਰਦੇ, ਉਹੀ ਸੁੱਖ ਫਿਰ ਦੁੱਖ ਵਿੱਚ ਬਦਲ ਜਾਂਦਾ ਹੈ। ਮਾਲਕ ਨੇ ਸੁੱਖ ਬੇਅੰਤ ਸੁੱਖ ਦਿੱਤੇ ਨੇ, ਜਦੋਂ ਸ਼ੁਕਰਾਨਾ ਨਹੀਂ ਕਰਦੇ, ਮਾਲਕ ਨੂੰ ਨਹੀਂ ਚੇਤੇ ਕਰਦੇ, ਉਹੀ ਸੁੱਖ ਦੁੱਖ ਵਿੱਚ ਬਦਲ ਜਾਂਦਾ ਹੈ। ਗੁਰੂ ਸਾਹਿਬ ਆਖਦੇ ਸੁੱਖ ਵੇਲੇ ਸ਼ੁਕਰਾਨਾ ਕਰ, ਸदैव ਸੁੱਖ ਬਣਿਆ ਰਹੇ। ਦੁੱਖ ਵੇਲੇ ਅਰਦਾਸ ਕਰ, ਜੀਵਨ ਵਿੱਚ ਦੁੱਖ ਹੈ ਤੇ ਅਰਦਾਸ ਆਪਣੇ ਮਾਲਕ ਅੱਗੇ ਕਰ, ਤੇ ਤੇਰੀ ਕੀਤੀ ਹੋਈ ਅਰਦਾਸ ਨੇ ਤੇਰੀ ਝੋਲੀ ਵਿੱਚ ਸੁੱਖ ਪਵਾ ਦੇਣੇ ਨੇ। ਕੀਤੀ ਹੋਈ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਕਦੇ ਵੀ ਜਦੋਂ ਭਾਈ ਤੂੰ ਦਿਲੋਂ ਅਰਦਾਸ ਕਰੇਗਾ, ਤਨੋਂ ਮਨੋਂ ਹੋ ਕੇ, ਤੇਰੀ ਕੀਤੀ ਹੋਈ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਵੇਗੀ। ਇੱਕ ਆਮ ਆਪਾਂ ਲਾਈਨਾਂ ਪੜ੍ਹਦੇ ਆ, ਲਿਖਿਆ ਤਾਂ ਕਿਸੇ ਸ਼ਾਇਰ ਨੇ ਪਰ ਹੈ ਉਹ ਵੀ ਬਹੁਤ ਬਾ ਕਮਾਲ। ਦੁਆ ਜਬ ਦਿਲ ਸੇ ਹੋਤੀ ਹੈ ਖੁਦਾ ਮਨਜ਼ੂਰ ਕਰਤਾ ਹੈ। ਦਿਲੋਂ ਅਰਦਾਸ ਹੋਵੇ, ਖੁਦਾ ਪਰਮਾਤਮਾ ਨੂੰ ਮੰਨ ਲੈਂਦਾ ਹੈ। दुआ जब दिल से होती है खुदा मंजूर करता है। मुश्किल तो ये है बड़ी मुश्किल से होती है। आखदे मुश्किल तो इस गल विच है भी दिलों अरदास निकलती बड़ी मुश्किल दे नाल है। रोज आपां अरदास करदे हां, जिस दिन दिलों शब्द निकल जाण, तुहाडा तन मन एकाग्र होवे, फिर उस दिन देरी नहीं लगती अरदास पूरी होने विच। अगे किरपा कीती है, बंद खलासी भाणे होए होर आख ना सकै कोई। बंद तो भावै बंदी, मोह माया दे बंधना तो मुक्त होने की गल कीती इत्थे गुरु साहब ने। माया दे मोह रूप बंधना तो छुटकारा केवल तां केवल वाहिगुरू दी रजा विच रह के सिमरन भजन बंदगी करके मनुख मोह माया तो बच सकता है। मोह माया की है? संसार दा मोह, परिवार दा मोह। भी परिवार दे लई काम कर रहे हैं, गुरु घर जाण वास्ते समा नहीं, काम लेट हो जाएगा, ये मोह माया है। जिस मालक नूं चेते करके दिन की शुरुआत करनी सी, उहदे लई समा ही ना कढिया, काम धंधियां विच लग गए। काम काहदे वास्ते साडा? जिन्ने भी आपां काम करदे अपने परिवार लई करदे आ, परिवार दे भले लई, परिवार दी कामयाबी लई। गुरु साहिब आखदे ने भाई मोह माया नूं अपने ते हावी ना होण दे, मालक नूं भी याद कर, काम धंधे भी कर। मोह माया तो तां बचेगा जदों तूं गुरु दी रजा विच रह के, गुरु दी रजा विच तुरिया परमात्मा नूं आराधेगा तां। होर गुरु साहिब आखदे ने कोई तरीका नहीं, होर आख ना सकै कोई, होर कोई तरीका मनुख दस नहीं सकदा जिस तरीके नूं वरत के मोह माया तो बचिया जा सके। क्योंकि जदों बाणी पढ़ांगे, बाणी ने सानूं समझाउणा है, बाणी ने सुते हुए मन ते चोट करनी है। भाई अवर काज तेरे किते ना काम। बड़े सौखे अर्थ ने, अपने आप समझ लगते ने भी होर जिन्ने मर्जी काम धंधे तू कर रहे हैं भाई, वो तेनू करने चाहिए ने। क्योंकि जिन्हां दी आपां प्रभात फेरी रूप च आपां इकत्तर होके याद कर रहे हैं गुरु नानक पातशाह जी नूं, उन्हां ने किरत कीती है, वो किरती होए ने। मझां विचारियां, व्यापार भी किया, सच्चा सौदा जिन्हों आपां आखदे आ, मोदी खाने जाके नौकरी भी की, ते 4 उदासियां लाउण तो बाद, संसार नूं सीधे रस्ते दे पाउण तो बाद बजुर्गी विच वेले नहीं बैठे, जिथे आम करके बजुर्ग कहंदा भी हुण आराम कर लईए। नहीं, करतारपुर नगर वसा के उत्थे खेती कीती। कादे वास्ते? अपने सिखां नूं सेध देण वास्ते, समझाउण वास्ते भी मेरा सिख किरती होवे, मेहनती होवे, भी सिखा तू मेहनत कर ते रहमत तेरी ते मैं करांगा। ये गुरु नानक पातशाह जी कहंदे ने भी मेहनत करी जा, तनो मनो होके कर, तेरी किरत सुच्ची सच्ची होवे, बरकतां मैं पाउणियां ने, रहमतां मैं तेरे ते वरताउणियां ने, भी मेहनत करी जा। हुण गुरु साहब ने समझा दिता भी होर कोई तरीका नहीं भाई भी संसारक मोह माया तो बचिया जा सके। अगे किरपा कीते, जे को खायक आखण पाहे ओ जाने जेतिया मोह खाए। खायक तो भावे मूर्ख,
ਪਰ ਜੇ ਕੋਈ ਮੂਰਖ ਬੰਦਾ ਇਹ ਯਤਨ ਦੱਸਣ ਦਾ ਕਰੇ ਵੀ ਨਾਮ ਜਪਣ ਤੋਂ ਬਗੈਰ ਮੋਹ ਮਾਇਆ ਤੋਂ ਬਚਿਆ ਜਾ ਸਕਦਾ ਹੈ, ਛੁਟਕਾਰਾ ਹੋ ਸਕਦਾ ਹੈ, ਗੁਰੂ ਸਾਹਿਬ ਆਖਦੇ ਨੇ ਉਹਦਾ ਪਤਾ ਨਹੀਂ ਅੱਗੇ ਜਾ ਕੇ ਕੀ ਹਾਲ ਹੋਣਾ ਹੈ। ਫਿਰ ਉਹ ਵੀ ਦੱਸ ਦਿੱਤਾ ਹੈ, ਉਹ ਜਾਣੈ ਵੀ ਉਹੀ ਜਾਣਦਾ ਹੈ ਵੀ ਅੱਗੇ ਜਾ ਕੇ ਦੇ ਮੂੰਹ ਤੇ ਕਿੰਨੀਆਂ ਉਹਨੂੰ ਚੋਟਾਂ ਸਹਾਰਨੀਆਂ ਪੈਣੀਆਂ ਨੇ। ਉਹ ਜਾਣੈ ਜੇਤੀਆਂ ਮੋਹ ਖਾਏ, ਜੇਤੀਆਂ ਤੋਂ ਭਾਵ ਹੈ ਚੋਟਾਂ ਜੁੱਤੀਆਂ। ਵੀ ਜਿਹੜਾ ਹੋਰ ਤਰੀਕਾ ਦੱਸਣ ਦਾ ਯਤਨ ਕਰੇ ਵੀ ਨਾਮ ਜਪਣ ਤੋਂ ਬਗੈਰ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ, ਗੁਰੂ ਸਾਹਿਬ ਆਖਦੇ ਨੇ ਫਿਰ ਉਹੀ ਜਾਣਦਾ ਮੂਰਖ ਬੰਦਾ ਵੀ ਪ੍ਰਮਾਤਮਾ ਦੇ ਘਰ ਗਿਆ, ਉਹਦੇ ਦਰਬਾਰ ਗਿਆ, ਉਹਦਾ ਹਾਲ ਕੀ ਹੋਣਾ ਹੈ। ਕਿਉਂਕਿ ਜਦੋਂ ਗੁਰੂ ਦੇ ਬਚਨਾਂ ਤੋਂ ਬਾਹਰ ਹੋ ਕੇ ਤੁਰਾਂਗੇ ਫਿਰ ਤਾਂ ਮੂੰਹ ਤੇ ਚੋਟਾਂ ਹੀ ਪੈਣੀਆਂ ਨੇ, ਫਿਰ ਖੱਜਲ ਖੁਆਰੀ ਹੋਵਾਂਗੇ ਜਿਉਂਦੇ ਜੀ ਵੀ, ਤੇ ਅੱਗੇ ਜਾ ਕੇ ਵੀ ਫਿਰ ਜਮਾਂ ਦੇ ਵਸ ਪੈ ਜਾਵਾਂਗੇ। ਜਦੋਂ ਤੱਕ ਸਾਨੂੰ ਵਾਹਿਗੁਰੂ ਯਾਦ ਹੈ, ਪ੍ਰਮਾਤਮਾ ਯਾਦ ਹੈ, ਉਦੋਂ ਤੱਕ ਸੰਸਾਰ ਅੰਦਰ ਮਨੁੱਖ ਦੀ ਚੜ੍ਹਦੀ ਕਲਾ ਰਹਿੰਦੀ ਹੈ। ਜਿਵੇਂ ਪ੍ਰਮਾਤਮਾ ਭੁੱਲਿਆ, ਸ਼ੁਕਰਾਨਾ ਕਰਨਾ ਭੁੱਲਿਆ, ਤੇ ਫਿਰ ਜ਼ਿੰਦਗੀ ਵਿੱਚ ਰੁਕਾਵਟਾਂ, ਦੁੱਖ, ਕਲੇਸ਼, ਝਗੜੇ, ਸਾਰਾ ਕੁਝ ਹੀ ਜੀਵਨ ਵਿੱਚ ਫਿਰ ਆ ਜਾਂਦਾ ਹੈ। ਬਚਨ ਹੁੰਦਾ ਹੈ, ਹਾਰ ਵਿਸਰਤ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾਇਆ, ਜੋ ਭੁਲਾ ਕੇ ਵਾਹਿਗੁਰੂ ਨੂੰ ਵਿਸਾਰ ਕੇ ਜੀਵਨ ਜਿਉਣ ਦਾ ਯਤਨ ਕਰਦੇ ਨੇ, ਹਰ ਵਿਸਰਤ ਸਦਾ ਖੁਆਰੀ, ਸਦਾ ਹੀ ਖੁਆਰ ਹੁੰਦੇ ਨੇ। ਹੁਣ ਦੂਜੀ ਲਾਈਨ ਵਿੱਚ ਪੰਕਤੀ ਵਿੱਚ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਮਾਲਕ ਯਾਦ ਹੈ, ਉਹਨਾਂ ਦੇ ਨਾਲ ਕੋਈ ਧੋਖਾ ਨਹੀਂ ਕਰ ਸਕਦਾ, ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਕਲੇਸ਼ ਨਹੀਂ ਆ ਸਕਦਾ। ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ, ਜਿਹਨੂੰ ਵਾਹਿਗੁਰੂ ਦੀ ਓਟ ਹੈ, ਜੋ ਵਾਹਿਗੁਰੂ ਦੇ ਆਸਰੇ ਜੀਵਨ ਬਤੀਤ ਕਰਦਾ ਹੈ। ਅੱਗੇ ਕਿਰਪਾ ਕੀਤੇ, ਆਪੇ ਜਾਣੈ ਆਪੇ ਦੇ, ਆਖੈ ਸੇਪੇ ਕਈ ਕੇ। ਵਾਹਿਗੁਰੂ ਆਪ ਜੀਵਨ ਦੀ ਲੋੜਾਂ ਨੂੰ ਜਾਣਦਾ ਹੈ ਤੇ ਆਪਣੇ ਆਪ ਬਖਸ਼ਾਂ ਵੀ ਕਰਦਾ ਹੈ। ਮੈਨੂੰ ਕੀ ਚਾਹੀਦਾ ਹੈ ਮੈਂ ਨਾ ਵੀ ਬੋਲ ਕੇ ਦੱਸਾਂ, ਮਾਲਕ ਨੂੰ ਸਭ ਪਤਾ ਹੈ। ਜੋ ਮੈਨੂੰ ਚਾਹੀਦਾ ਹੈ, ਜਿਹਨੇ ਬਿਨਾਂ ਮੰਗਿਆ ਮਨੁੱਖਾ ਜਨਮ ਦਿੱਤਾ, ਸੰਸਾਰ ਤੇ ਭੇਜਿਆ, ਆਪਣੀ ਮਰਜ਼ੀ ਦੇ ਨਾਲ ਜਿਹਨੇ ਸਾਡੇ ਲੇਖ ਲਿਖੇ ਨੇ, ਉਹਨੂੰ ਇਹ ਵੀ ਪਤਾ ਵੀ ਜਿਹਨੂੰ ਸੰਸਾਰ ਤੇ ਭੇਜਿਆ ਉਹਨੂੰ ਦੇਣਾ ਕੀ ਹੈ। ਗੁਰੂ ਸਾਹਿਬ ਆਖਦੇ ਨੇ ਹਰੇਕ ਦੀ ਦਿਲ ਦੀ ਜਾਣਦਾ ਹੈ, ਕਿਉਂ? ਉਹ ਵਿਧਾਤਾ ਹੈ, ਕਿਸਮਤ ਲਿਖਣ ਵਾਲਾ ਹੈ, ਤੇ ਆਪ ਹੀ ਜਿਵੇਂ ਉਹਦਾ ਹੁਕਮ ਹੁੰਦਾ ਹੈ ਉਹ ਫਿਰ ਬਖਸ਼ਿਸ਼ਾਂ ਕਰਦਾ ਹੈ, ਰਹਿਮਤ ਕਰਦਾ ਹੈ ਜਦੋਂ ਦੀ ਮਰਜ਼ੀ ਹੁੰਦੀ ਹੈ। ਆਖੈ ਸੇਪੇ ਕਈ ਕੇ, ਅਨੇਕਾਂ ਮਨੁੱਖ ਇਹ ਗੱਲ ਆਖਦੇ ਨੇ, ਸਾਰੇ ਗੁਰੂ ਸਾਹਿਬ ਆਖਦੇ ਨੇ ਨਾ ਸ਼ੁਕਰੇ ਨੇ ਵੀ, ਜਿਹੜੇ ਸ਼ੁਕਰ ਨਾ ਕਰਦੇ ਹੋਣ। ਦੇਖੋ ਇਹ ਵੀ ਗੱਲ ਗੁਰੂ ਸਾਹਿਬ ਨੇ ਸਮਝਾ ਦਿੱਤੀ ਹੈ। ਪਹਿਲਾਂ ਤਾਂ ਇਹ ਗੱਲ ਆਖੀ ਵੀ ਲੈ ਕੇ ਪ੍ਰਮਾਤਮਾ ਦੀ ਦਾਤ ਨੂੰ ਮੁੱਕਰ ਜਾਂਦੇ ਨੇ, ਮੂਰਖ ਨੇ। ਹੁਣ ਤੇ ਸਮਝਾਈਏ ਵੀ ਸਾਰੇ ਬੰਦੇ ਐਸੇ ਨਹੀਂ ਵੀ ਜੋ ਪ੍ਰਮਾਤਮਾ ਦਾ ਸ਼ੁਕਰ ਨਾ ਕਰਦੇ ਹੋਣ, ਵੀ ਬਹੁਤੇ ਐਸੇ ਵੀ ਨੇ ਜੋ ਮਾਲਕ ਕੋਲੋਂ ਦਾਤ ਲੈ ਕੇ ਉਹਦਾ ਹੋਰ ਜ਼ਿਆਦਾ ਸ਼ੁਕਰਾਨਾ ਕਰਦੇ ਨੇ ਵੀ ਮਾਲਕ ਤੂੰ ਬੜੀ ਕਿਰਪਾ ਕੀਤੀ ਹੈ, ਮੇਰੀ ਝੋਲੀ ਵਿੱਚ ਦਾਤ ਪਾਈ ਹੈ। ਉਹ ਪਹਿਲਾਂ ਨਾਲੋਂ ਵੱਧ ਕੇ ਵੀ ਮਾਲਕ ਦਾ ਸ਼ੁਕਰਾਨਾ ਕਰਦੇ ਨੇ। ਗੁਰੂ ਸਾਹਿਬ ਆਖਦੇ ਨੇ ਐਸੇ ਵੀ ਨੇ ਜੋ ਹਰ ਵਕਤ ਮਾਲਕ ਦਾ ਧੰਨਵਾਦ ਕਰਦੇ ਨੇ, ਉਹਦੇ ਕੋਲੋਂ ਲੈ ਕੇ ਉਹਨੂੰ ਭੁੱਲਦੇ ਨਹੀਂ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ। ਅਕਾਲ ਪੁਰਖ ਦੇ ਗੁਣ ਅਮੋਲਕ ਹਨ। ਗੁਰੂ ਸਾਹਿਬ ਆਖਦੇ ਨੇ ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਨਾਨਕ ਪਾਤਸ਼ਾਹ, ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਹੁਣ ਦੋ ਗੱਲਾਂ ਸਮਝਣ ਵਾਲੀਆਂ ਨੇ। ਸਿਫਤ ਸਲਾਹ ਕੀ ਹੈ? ਪਰਮਾਤਮਾ ਦੀ ਇਬਾਦਤ ਕਰਨੀ, ਮਾਲਕ ਦਾ ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ ਜੋ ਆਪਾਂ ਕਰ ਰਹੇ ਹਾਂ। ਇਹ ਮਾਲਕ ਦੀ ਕਿਰਪਾ ਹੈ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਸਾਡੇ ਤੇ ਕੀਤੀ ਹੈ। ਆਪਾਂ ਸੰਗਤ ਕਰ ਰਹੇ ਹਾਂ, ਮਾਲਕ ਦਾ ਸ਼ੁਕਰਾਨਾ ਕਰ ਰਹੇ ਹਾਂ। ਜਿਹੜਾ ਸ਼ੁਕਰਾਨਾ ਕਰਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਗੁਰੂ ਸਾਹਿਬ ਆਖਦੇ ਨੇ ਉਹ ਤਾਂ ਫਿਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ। ਨਾਨਕ, ਇੱਥੇ ਰੁਕਣਾ ਹੈ, ਨਾਨਕ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਪਾਤਸ਼ਾਹ, ਵੀ ਰਾਜਿਆਂ ਦਾ ਰਾਜਾ। ਵੀ ਕਿਸੇ ਗੱਲ ਦੀ ਥੋੜ ਨਹੀਂ ਰਹਿੰਦੀ। ਪਰ ਗੱਲ ਇਹ ਵੀ ਹੁਣ ਇੱਕ ਧਿਆਨ ਦੇਣ ਵਾਲੀ ਵੀ ਇੱਕ ਦਿਨ ਸੰਗਤ ਕਰ ਲਈ, ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ, ਨਿਤਨੇਮ ਕਰ ਲਿਆ, ਵੀ ਪਾਤਸ਼ਾਹ ਬਣ ਗਏ? ਨਹੀਂ। ਗੁਰੂ ਸਾਹਿਬ ਆਖਦੇ ਨੇ ਭਾਈ ਹਰ ਰੋਜ਼
ਤੈਨੂੰ ਸੰਗਤ ਕਰਨੀ ਪਵੇਗੀ, ਰੋਜ਼ ਨੇਮ ਨੂੰ ਨਿਭਾਉਣਾ ਪਵੇਗਾ। ਜਿਹੜਾ ਆਪਾਂ ਸ਼ਬਦ ਵਰਤਦੇ ਆ ਨਾ, ਨਿਤ ਨੇਮ, ਇਹ ਕੋਈ ਬਾਣੀ ਦਾ ਨਾਮ ਨਹੀਂ। ਨਿਤ ਤੋਂ ਭਾਵ ਹੈ ਰੋਜ਼। ਨੇਮ ਤੁਸੀਂ ਜਾਣਦੇ ਹੋ ਵੀ ਇਸ ਨੇਮ ਨੂੰ ਭਾਈ ਤੂੰ ਰੋਜ਼ ਨਿਭਾਉਣਾ ਹੈ। ਨਿਤ ਨੇਮ ਵੀ ਰੋਜ਼ ਕਰਨਾ ਹੈ। ਇਹ ਤੇਰਾ ਨੇਮ ਰੋਜ਼ ਦਾ ਹੋਵੇ, ਨਿਤ ਨੇਮ। ਬਾਣੀਆਂ ਤਾਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ ਸਾਹਿਬ, ਆਨੰਦ ਸਾਹਿਬ, ਸਾਮੀ ਰਹਿਰਾਸ ਸਾਹਿਬ, ਸੌਣ ਲੱਗਿਆ ਸੋਹਲਾ ਸਾਹਿਬ, ਇਹ ਨਿਤਨੇਮ ਦੀਆਂ ਬਾਣੀਆਂ ਨੇ। ਨਿਤਨੇਮ ਦੀਆਂ ਬਾਣੀਆਂ ਤਾਂ ਆਖਦੇ ਆ ਵੀ ਇਹਨਾਂ ਨੂੰ ਰੋਜ਼ ਆਪਾਂ ਪੜ੍ਹਨਾ ਹੈ, ਇਸ ਨੇਮ ਨੂੰ ਰੋਜ਼ ਨਿਭਾਉਣਾ ਹੈ। ਨਿਤਨੇਮ ਭਾਈ ਤੂੰ ਰੋਜ਼ ਕਰ, ਵੀ ਰੋਜ਼ ਦਾ ਤੇਰਾ ਨੇਮ ਹੋਵੇ ਵੀ ਗੁਰੂ ਘਰ ਜਾਣਾ ਤੇ ਜਾਣਾ ਹੈ। ਮੀਂਹ ਪਵੇ, ਨੇਰੀ ਚੱਲੇ, ਝੱਖੜ ਆਵੇ, ਭਾਈ ਤੂੰ ਰੁਕਣਾ ਨਹੀਂ। ਵਚਨ ਆਪਾਂ ਪੜ੍ਹਦੇ ਆ ਨਾ, ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ, ਚਲਾਂ ਤਾਂ ਭੀਜੈ ਕਮਲੀ, ਰਾਹ ਤਾਂ ਟੁੱਟੈ ਨੇਹ। ਦੇਖੋ ਗੱਲ ਸਮਝਣ ਵਾਲੀ ਹੈ, ਬਹੁਤ ਸੌਖੇ ਢੰਗ ਦੇ ਨਾਲ ਸਮਝਾਇਆ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਬਣਨ, ਤੂੰ ਭਾਈ ਆਪਣੇ ਗੁਰੂ ਦੇ ਦਰਸ਼ਨ ਕਰਨੇ ਤਾਂ ਕਰਨੇ ਹੀ ਨਹੀਂ। ਜੇ ਤੇਰਾ ਨਿਸ਼ਚਾ ਪੱਕਾ ਹੈ, ਵਿਸ਼ਵਾਸ ਪੱਕਾ ਹੈ, ਫਿਰ ਭਾਈ ਸਭ ਕੁਝ ਗੁਰੂ ਤੋਂ ਤੂੰ ਲੈਣ ਦਾ ਹੱਕਦਾਰ ਹੈ। ਸੋ ਆਪਾਂ 25 ਪੌੜੀਆਂ ਤੱਕ ਜਪਜੀ ਸਾਹਿਬ ਦੇ ਵਿਚਾਰ ਆਪਾਂ ਕਰ ਲਈ ਹੈ। ਕੱਲ ਆਪਾਂ ਇਤਿਹਾਸ ਵਿੱਚ ਸਰਵਣ ਕੀਤਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਮਲਕ ਭਾਗੋ ਨੂੰ ਸਿੱਧੇ ਰਸਤੇ ਤੇ ਪਾਇਆ। ਹੁਣ ਗੁਰੂ ਨਾਨਕ ਪਾਤਸ਼ਾਹ ਮੁਲਤਾਨ ਦੀ ਧਰਤੀ, ਸ਼ਹਿਰ ਤੁਲੰਬੇ ਪਹੁੰਚੇ ਨੇ, ਤੁਲੰਬੇ ਦੀ ਧਰਤੀ ਤੇ। ਉੱਥੇ ਸੇਖ ਸੱਜਣ ਰਹਿੰਦਾ ਹੈ। ਹੁਣ ਸਾਰਿਆਂ ਵਿੱਚ ਉਹਦੀ ਕੀ ਛਵੀ ਬਣੀ ਹੋਈ ਹੈ ਵੀ ਬਹੁਤ ਧਰਮੀ ਹੈ, ਕਿਉਂਕਿ ਧਰਮੀਆਂ ਵਾਲਾ ਲਿਬਾਸ, ਹੱਥ ਵਿੱਚ ਤਸਬੀਹ, ਮਾਲਾ, ਗਲ ਵਿੱਚ ਮਾਲਾ, ਧਰਮਸਾਲ ਬਣਾਈ ਹੈ। ਕੋਈ ਵੀ ਮੁਸਾਫਰ ਲੰਘਦਾ ਹੈ ਉਹਦੇ ਵੱਲੋਂ ਖੁੱਲੀ ਛੁੱਟੀ ਹੈ ਵੀ ਉਹਦੇ ਧਰਮਸ਼ਾਲਾ ਵਿੱਚ ਠਹਿਰੇ, ਉਹਨੂੰ ਬਿਸਤਰਾ ਦੇਣਾ, ਰੋਟੀ ਪਾਣੀ ਸਾਰਾ ਇੰਤਜ਼ਾਮ ਸੱਜਣ ਵੱਲੋਂ ਹੈ। ਇੱਕ ਪਾਸੇ ਨੇ ਮੰਦਿਰ ਬਣਾਇਆ ਹੈ, ਇੱਕ ਪਾਸੇ ਮਸਜਿਦ ਬਣਾਈ ਹੋਈ ਹੈ। ਜੇ ਮੁਸਲਮਾਨ ਰਾਹਗੀਰ ਹੈ ਵੀ ਤੇ ਠਹਿਰੇ, ਨਵਾਜ਼ ਅਦਾ ਕਰੇ, ਜੇ ਹਿੰਦੂ ਹੈ ਤੇ ਮੰਦਿਰ ਵਿੱਚ ਜਾ ਕੇ ਮੱਥਾ ਟੇਕੇ। ਵੀ ਉਹਦੀ ਛਵੀ ਐਸੀ ਬਣੀ ਹੈ, ਐਸਾ ਲੋਕਾਂ ਵਿੱਚ ਉਹਦਾ ਪ੍ਰਭਾਵ ਵੀ ਬਹੁਤ ਧਰਮੀ ਹੈ। ਕੰਮ ਤਾਂ ਧਰਮ ਵਾਲੇ ਨੇ ਵੀ ਕਿਸੇ ਵੀ ਰਾਹਗੀਰ ਨੂੰ ਠਹਿਰਾਣਾ, ਉਹਨੂੰ ਰੋਟੀ ਪਾਣੀ ਦੇਣੀ, ਉਹਦੇ ਵਾਸਤੇ ਇੱਕ ਪਾਸੇ ਮੰਦਿਰ, ਇੱਕ ਪਾਸੇ ਮਸਜਿਦ, ਵੀ ਤੂੰ ਪਰਮਾਤਮਾ ਦਾ ਨਾਮ ਵੀ ਜਪ। ਪਰ ਅਸਲ ਜਿਹੜੇ ਕੰਮ ਲੋਕਾਂ ਨੂੰ ਨਹੀਂ ਪਤਾ, ਪਰ ਗੁਰੂ ਨਾਨਕ ਪਾਤਸ਼ਾਹ ਤਾਂ ਜਾਣੇ ਜਾਣ ਸਮਝੇ ਸੇਖ ਸੱਜਣ ਨਹੀਂ, ਇਹ ਤਾਂ ਸੱਜਣ ਠੱਗ ਹੈ। ਵੀ ਜਦੋਂ ਰਾਤ ਨੂੰ ਕੋਈ ਅਮੀਰ ਮੁਸਾਫਰ ਉਹਨੂੰ ਲੱਭਦਾ, ਜਦੋਂ ਵੀ ਮੁਸਾਫਰਾਂ ਨੇ ਆਉਣਾ, ਜਦੋਂ ਸੋ ਜਾਣਾ, ਉਹਨੇ ਸਮਾਨ ਉਹਨਾਂ ਸਾਰਿਆਂ ਨੇ ਖੋਲ ਕੇ ਵੇਖਣਾ, ਜਿਹਦੇ ਕੋਲ ਕੁਝ ਨਹੀਂ ਨਿਕਲਣਾ ਉਹਨੂੰ ਛੱਡ ਦੇਣਾ। ਉਹਨਾਂ ਨੇ ਬਾਹਰ ਜਾ ਕੇ ਸੋਭਾ ਕਰਨੀ ਵੀ ਸੱਜਣ ਨੇ ਬੜੀ ਸੇਵਾ ਕੀਤੀ। ਉਹ ਦਸਾਂ ਨੂੰ ਜਾ ਕੇ ਦੱਸਦੇ ਵੀ ਸੱਜਣ ਬਹੁਤ ਵਧੀਆ ਹੈ। ਜਿਹਦੇ ਕੋਲੋਂ ਕੁਝ ਧਨ ਦੌਲਤ ਮਾਲ ਨਿਕਲੇ ਆਉਣਾ, ਉਹਨੂੰ ਮਾਰ ਦੇਣਾ। ਅੰਦਰ ਹੀ ਖੂਹ ਸੀ, ਅੰਦਰ ਖੂਹ ਵਿੱਚ ਹੀ ਦਫਨ ਕਰ ਦੇਣਾ ਮਾਰ ਕੇ। ਹੁਣ ਜਿਹੜੇ ਬਾਹਰ ਨਿਕਲ ਜਾਂਦੇ ਉਹ ਜਾ ਕੇ ਸੋਭਾ ਕਰਦੇ। ਦਿਨੋਂ ਦਿਨ ਸੱਜਣ ਦੀ ਸੋਭਾ ਵੱਧਦੀ ਜਾ ਰਹੀ ਹੈ ਵੀ ਸੇਖ ਸੱਜਣ ਹੈ, ਬਹੁਤ ਧਰਮੀ ਹੈ। ਹੁਣ ਜਿਨ੍ਹਾਂ ਕੋਲ ਕੁਝ ਨਿਕਲਦਾ ਉਹਨਾਂ ਨੂੰ ਅੰਦਰ ਹੀ ਮਾਰ ਮੁਕਾ ਦਿੰਦਾ। ਹੁਣ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਨੂੰ ਲੈ ਕੇ ਜਦੋਂ ਪਹੁੰਚੇ, ਹੁਣ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਤੇ ਤਾਂ ਨੂਰ ਸੀ, ਤੇਜ ਸੀ। ਹੁਣ ਸੱਜਣ ਦੇ ਜਿਹੜੇ ਅਹਿਲਕਾਰ ਸਨ, ਜਦੋਂ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਕੀਤੇ, ਜਾ ਕੇ ਸੱਜਣ ਨੂੰ ਆਖਦੇ ਨੇ ਵੀ ਬਹੁਤ ਵੱਡੇ ਹੀਰਿਆਂ ਦੇ ਵਪਾਰੀ ਜਾਪਦੇ ਨੇ। ਲਿਬਾਸ ਸਾਦਾ ਹੈ, ਵੇਖਣ ਨੂੰ ਸਾਦੇ ਲੱਗਦੇ ਨੇ, ਪਰ ਚਾਲ ਢਾਲ ਚਿਹਰੇ ਤੋਂ ਹੀਰਿਆਂ ਦੇ ਵਪਾਰੀ ਲੱਗਦੇ ਨੇ। ਬਹੁਤ ਧਨਾਟ ਸੱਜਣ ਕਹਿੰਦਾ ਲੈ ਕੇ ਆਓ, ਇਹਨਾਂ ਦੇ ਪੈਰ ਧਵਾਓ, ਬਿਸਤਰਾ ਇਹਨਾਂ ਨੂੰ ਵਧੀਆ ਲਾ ਕੇ ਦਿਓ, ਕਿਉਂਕਿ ਉਹੀ ਕੰਮ ਕਰਨਾ ਸੀ ਵੀ ਰਾਤੀ ਸਮਾਨ ਫਰੋਲਣਾ ਸੀ। ਜੇ ਕੁਝ ਨਿਕਲਦਾ ਤੇ ਵੀ ਮਾਰ ਮੁਕਾਵਾਂਗੇ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੈ ਕੇ ਗਏ, ਪਲੰਗ ਤੇ ਬਿਠਾਇਆ, ਬੜਾ ਜੋੜੇ ਅੱਗੇ ਨੌਕਰ ਚਾਕਰ ਬੜੀ ਸੇਵਾ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੀ। ਹੁਣ ਸੱਜਣ ਇਸ ਗੱਲ ਦੇ ਇੰਤਜ਼ਾਰ ਵਿੱਚ ਵੀ ਰਾਤ ਹੋਵੇ, ਇਹ ਭੋਜਨ ਛਕਣ, ਸੌਣ ਤੇ ਇਹਨਾਂ ਦਾ ਸਮਾਨ ਚੈੱਕ ਕੀਤਾ ਜਾਏ, ਕਿਉਂਕਿ ਉਹ ਤਾਂ ਸੇਖ ਸੱਜਣ ਨਹੀਂ ਸੀ, ਸੱਜਣ ਠੱਗ ਸੀ। ਪਰ ਗੁਰੂ ਨਾਨਕ ਪਾਤਸ਼ਾਹ ਆਪ ਤੁਰ ਕੇ ਤੁਲੰਬੇ ਦੀ ਧਰਤੀ ਤੇ ਤਾਂ ਗਏ ਸੀ ਵੀ ਸੱਜਣ ਠੱਗ ਨੂੰ ਸੱਜਣ ਸੰਤ ਬਣਾਉਣ ਵਾਸਤੇ। ਹੁਣ ਕਹਿੰਦੇ ਭੋਜਨ ਛਕੋ, ਰਾਤਰੀ ਹੋਈ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਹਜੇ ਭੋਜਨ ਨਹੀਂ ਛਕਣਾ, ਸਾਨੂੰ ਮਾਲਕ ਨੇ ਜੋ ਜ਼ਿੰਮੇਵਾਰੀ ਲਾਈ ਹੈ ਨਾ, ਪਹਿਲਾਂ ਜ਼ਿੰਮੇਵਾਰੀ ਨਿਭਾਵਾਂਗੇ।
ਕਹਿਣ ਲੱਗੇ ਮਰਦਾਨਿਆ ਰਵਾਬ ਛੇੜ ਬਾਣੀ ਆਈ ਹੈ। ਬਾਣੀ ਦਾ ਪ੍ਰਵਾਹ ਚੱਲ ਪਿਆ। ਹੁਣ ਸੱਜਣ ਦੂਰ ਬੈਠਾ ਇਸ ਗੱਲ ਦੀ ਇੰਤਜ਼ਾਰ ਕਰ ਰਿਹਾ ਹੈ ਵੀ ਕਦੋਂ ਇਹਨਾਂ ਦਾ ਸਤਸੰਗ ਖਤਮ ਹੋਵੇ, ਇਹ ਪ੍ਰਸ਼ਾਦਾ ਪਾਣੀ ਛਕਣ ਤੇ ਸੋ ਜਾਣ, ਅਸੀਂ ਆਪਣਾ ਕੰਮ ਕਰੀਏ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਉਣ। ਹੁਣ ਸਮਾਂ ਬੀਤਦਾ ਜਾ ਰਿਹਾ ਹੈ। ਹੁਣ ਸੱਜਣ ਦੇ ਮਨ ਨੂੰ ਵੀ ਖਿੱਚ ਪੈਣੀ ਸ਼ੁਰੂ ਹੋ ਗਈ ਬਾਣੀ ਸੁਣ ਕੇ। ਉਹਦਾ ਮਨ ਵੀ ਬਦਲਣਾ ਸ਼ੁਰੂ ਹੋ ਗਿਆ। ਜੋ ਠੱਗੀਆਂ ਮਾਰਦਾ ਸੀ ਅੰਦਰ ਖਿੱਚ ਪੈਦਾ ਹੋਣ ਲੱਗ ਪਈ। ਜਿਵੇਂ ਸੱਪ ਬੀਨ ਸੁਣ ਕੇ ਉਧਰ ਨੂੰ ਵੱਧਦਾ ਹੈ ਨਾ, ਹੌਲੀ ਹੌਲੀ ਉਹਦੇ ਕਦਮ ਨਾ ਚਾਹੁੰਦੇ ਹੋਇਆਂ ਵੀ ਉਸ ਪਾਸੇ ਵਧਣੇ ਸ਼ੁਰੂ ਹੋ ਗਏ ਗੁਰੂ ਨਾਨਕ ਪਾਤਸ਼ਾਹ ਵੱਲ। ਜਿਵੇਂ ਜਾ ਕੇ ਕੋਲ ਬੈਠਿਆ ਨਾ, ਗੁਰੂ ਨਾਨਕ ਪਾਤਸ਼ਾਹ ਸ਼ਬਦ ਉਚਾਰਿਆ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਊਜਲ ਕੇਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗਿਆ ਤਿੱਥੈ ਖੜੇ ਦਿਸਨ। ਹੁਣ ਇਹਦੇ ਅਰਥ ਕੀ ਨੇ? ਕਾਂਸੀ ਦੇ ਭਾਂਡੇ ਤੁਸੀਂ ਸਾਰਿਆਂ ਨੇ ਵੇਖੇ ਨੇ। ਕਾਂਸੀ ਦੇ ਭਾਂਡੇ ਹੁੰਦੇ ਸਨ ਪਹਿਲਾਂ, ਉਹਦੇ ਚ ਕਸ ਘੁਲ ਜਾਂਦੀ ਸੀ, ਨੂੰ ਜਿੰਨਾ ਮਰਜ਼ੀ ਰਗੜੀ ਜਾਈਏ ਉਹਦੀ ਕਸ ਨਹੀਂ ਖਤਮ ਹੁੰਦੀ। ਸਵਾਹ ਨਾਲ ਉਹਨੂੰ ਸੁੱਕਾ ਮਾਂਜ ਕੇ ਰੱਖ ਦਿੰਦੇ ਹੁੰਦੇ ਸਨ। ਉਹਦੀ ਜਿਹੜੀ ਕਸ ਹੈ ਉਹ ਅੰਦਰ ਹੀ ਘੁਲ ਜਾਂਦੀ ਸੀ, ਜੋ ਵੀ ਉਹਦੇ ਸਮਾਨ ਪਾਉਣਾ। ਗੁਰੂ ਸਾਹਿਬ ਨੇ ਹੁਣ ਸੱਜਣ ਦਾ ਨਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਸ਼ਬਦ ਦਰਜਾਂ ਨੂੰ ਸਮਝਾਉਣਾ ਕੀਤਾ ਹੈ ਵੀ ਬਾਹਰੋਂ ਤਾਂ ਤੂੰ ਕਿੰਨਾ ਚਮਕਦਾ ਹੈ। ਕਾਂਸੀ ਦੇ ਭਾਂਡੇ ਚਮਕ ਬੜੀ ਹੁੰਦੀ ਸੀ। ਪੂਜਲ ਕਿਹਾ ਚਿਲਕਣਾ ਘੋਟਮ ਕਾਲੜੀ ਮਸ, ਬਾਹਰੋਂ ਲਿਬਾਸ ਬੜਾ ਧਰਮੀਆਂ ਵਾਲਾ, ਬੜੀ ਚਮਕ ਧਮਕ, ਗਲ ਵਿੱਚ ਮਾਲਾ, ਹੱਥ ਵਿੱਚ ਮਾਲਾ, ਪਰ ਅੰਦਰ ਮੈਲ, ਅੰਦਰ ਹੇਰਾ ਫੇਰੀ, ਠੱਗੀਆਂ ਮਾਰ ਰਿਹਾ। ਵੀ ਸੱਜਣ ਯਾਦ ਰੱਖੀ, ਉਹ ਕੰਮ ਕਰ ਜਿਹੜੇ ਕੀਤੇ ਹੋਏ ਕੰਮ ਨਾਲ ਨਿਭਣ। ਜਦੋਂ ਲੇਖਾ ਹੋਵੇ ਤੇਰੇ ਸ਼ੁਭ ਕੀਤੇ ਹੋਏ ਕੰਮ ਉਹ ਤੇਰੇ ਮਦਦਗਾਰ ਹੋਣ। ਹੁਣ ਸੱਜਣ ਨੇ ਇਹ ਸ਼ਬਦ ਸੁਣਿਆ ਨਾ, ਉਹਨੂੰ ਜਾਪਿਆ ਵੀ ਇਹ ਤਾਂ ਮੇਰੇ ਤੇ ਢੁੱਕ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇਤਰ ਬੰਦ ਨੇ। ਸੱਜਣ ਆ ਕੇ ਸਾਹਮਣੇ ਬਹਿ ਗਿਆ ਚੌਂਕੜਾ ਮਾਰ ਕੇ। ਜਦੋਂ ਸ਼ਬਦ ਉਚਾਰਨ ਕੀਤਾ ਨਾ, ਊਜਲ ਕਿਹਾ ਚਿਲਕਣਾ ਘੋਟਮ ਕਾਲੜੀ ਮਸ, ਵੀ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਵਿਖਾਵਾ ਕੁਝ ਹੋਰ ਕਰ ਰਹੇ ਆ, ਮਨ ਅੰਦਰ ਤੇਰੇ ਕੁਝ ਹੋਰ ਚੱਲ ਰਿਹਾ ਹੈ। ਹੁਣ ਸੱਜਣ ਨੂੰ ਜਾਪਿਆ ਵੀ ਇਹ ਤਾਂ ਪੰਕਤੀਆਂ ਮੇਰੇ ਤੇ ਢੁੱਕ ਰਹੀਆਂ ਨੇ, ਇਹ ਤਾਂ ਔਗਣ ਮੇਰੇ ਵਿੱਚ ਹੀ ਹੈ। ਬਾਹਰੋਂ ਲਿਬਾਸ ਧਰਮੀਆਂ ਵਾਲਾ, ਅੰਦਰੋਂ ਕੁਝ ਮੈਂ ਹੋਰ ਆ। ਮਨੁੱਖ ਆਪਣੇ ਆਪ ਨੂੰ ਜਿੰਨਾ ਚੰਗੀ ਤਰ੍ਹਾਂ ਜਾਣਦਾ, ਦੂਜਾ ਨਹੀਂ ਜਾਣਦਾ। ਪਰ ਇਹ ਹੈ ਵੀ ਮਨੁੱਖ ਸਾਰੀ ਜ਼ਿੰਦਗੀ ਦੂਜਿਆਂ ਦੇ ਔਗਣ ਲੱਭਣ ਵਿੱਚ ਬਤੀਤ ਕਰ ਦਿੰਦਾ, ਆਪਣੇ ਔਗਣਾਂ ਵੱਲ ਨਹੀਂ ਵੇਖਦਾ। ਮੈਂ ਕਿਤੇ ਲਿਖਿਆ ਪੜ੍ਹਿਆ ਸੀ ਵੀ ਮਨੁੱਖ ਸਾਰੀ ਜ਼ਿੰਦਗੀ, ਉਹ ਲਿਖਦਾ ਲਿਖਣ ਵਾਲਾ ਸੱਜਣ, ਵੀ ਮੈਂ ਸੀਸਾ ਹੀ ਸਾਫ਼ ਕਰਦਾ ਰਿਹਾ, ਵੀ ਸੀਸੇ ਦੇ ਧੂੜ ਹੈ, ਪਰ ਪਤਾ ਲੱਗਾ ਵੀ ਚਿਹਰਾ ਗੰਦਾ ਹੈ। ਵੀ ਸੀਸੇ ਤੇ ਸ਼ੀਸ਼ਾ ਵੇਖਿਆ, ਜਦੋਂ ਆਪਣਾ ਅਕਸ਼ ਸਹੀ ਨਜ਼ਰ ਨਹੀਂ ਆਇਆ, ਸਾਫ਼ ਨਜ਼ਰ ਨਹੀਂ ਆਇਆ, ਵੀ ਸਾਰੀ ਜ਼ਿੰਦਗੀ ਮੈਂ ਸੀਸੇ ਤੇ ਕੱਪੜਾ ਮਾਰਦਾ ਰਿਹਾ, ਵੀ ਸੀਸੇ ਤੇ ਮਿੱਟੀ ਧੂੜ ਜੰਮੀ ਹੋਈ ਹੈ। ਪਰ ਬਾਅਦ ਵਿੱਚ ਪਤਾ ਲੱਗਾ ਵੀ ਸੀਸਾ ਤਾਂ ਸਾਫ਼ ਹੀ ਸੀ, ਇਹ ਧੂੜ ਤਾਂ ਮੇਰੇ ਚਿਹਰੇ ਤੇ ਸੀ, ਮਿੱਟੀ ਤਾਂ ਮੇਰੇ ਉੱਤੇ ਪਈ ਸੀ, ਸੀਸਾ ਤਾਂ ਜੋ ਦਿਸ ਰਿਹਾ ਸੀ, ਦਿਖਾ ਰਿਹਾ ਸੀ। ਤੇ ਮਨੁੱਖ ਸਾਰੀ ਜ਼ਿੰਦਗੀ ਸ਼ੀਸ਼ਾ ਹੀ ਸਾਫ਼ ਕਰਦਾ ਰਹਿ ਜਾਂਦਾ ਹੈ, ਦੂਜਿਆਂ ਦੇ ਔਗਣ ਫਲੋਰਦਾ ਰਹਿ ਜਾਂਦਾ ਹੈ, ਤੇ ਆਪਣੇ ਔਗਣਾਂ ਵੱਲ ਆਪਾਂ ਨਹੀਂ ਝਾਤ ਮਾਰਦੇ। ਹੁਣ ਬਾਬਾ ਫਰੀਦ ਜੀ ਨੇ ਤਾਂ ਆਖਿਆ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਉਹ ਤਾਂ ਹੈ ਹੀ ਦਰਵੇਸ਼ ਸਨ, ਪਰਮਾਤਮਾ ਦਾ ਰੂਪ ਸਨ, ਪਰ ਉਹਨਾਂ ਨੇ ਸਾਨੂੰ ਸਮਝਾਇਆ ਵੀ ਆਪਣੇ ਔਗਣਾਂ ਨੂੰ ਕਬੂਲ ਕਰੀਏ। ਵੀ ਮੈਂ ਸੂਫੀ ਕਾਲੇ ਕੱਪੜੇ ਪਹਿਨਦੇ ਸਨ, ਵੀ ਕਾਲੇ ਮੈਂਡੇ ਸੂਫੀਆਂ ਵਾਲੇ ਕੱਪੜੇ ਪਹਿਨੇ ਹੋਏ ਨੇ, ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਪਰ ਮੈਂ ਤਾਂ ਗੁਣਾਂ ਦੇ ਨਾਲ, ਔਗਣਾਂ ਦੇ ਨਾਲ ਭਰਿਆ ਹੋਇਆ, ਵੀ ਗੁਣ ਮੇਰੇ ਵਿੱਚ ਹੈ ਨਹੀਂ। ਕੇਵਲ ਸਾਨੂੰ ਸਮਝਾਉਣ ਵਾਸਤੇ ਵੀ ਆਪਣੇ ਔਗਣ ਕਬੂਲ ਕਰ ਲੈ ਭਾਈ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਜੇ ਆਪਣੇ ਔਗਣ ਗੁਰੂ ਕੋਲ ਆ ਕੇ ਕਬੂਲ ਕਰ ਲਾਂਗੇ, ਔਗਣਾਂ ਨੂੰ ਮੀਟ ਦਿੰਦਾ ਹੈ। ਨਹੀਂ ਯਾਦ ਰੱਖਦਾ ਵੀ ਪਿੱਛੇ ਕਿੰਨੇ ਕਰਮ, ਮਾੜੇ ਕਰਮ ਕਰਕੇ ਆਏ। ਜਦੋਂ ਆ ਗਏ, ਜਦੋਂ ਕਬੂਲ ਕਰ ਲਿਆ ਵੀ ਮੇਰੇ 'ਚ ਔਗਣ ਨੇ, ਉਦੋਂ ਇਹ ਪਿਛਲੇ ਮਾਫ ਕਰ ਦਿੰਦਾ, ਕਾਟਾ ਮਾਰ ਕੇ, ਵੀ ਅੱਗੋਂ ਸਿੱਧੇ ਰਸਤੇ ਤੇ ਪਰਮਾਤਮਾ ਤੋੜ ਦਿੰਦਾ ਹੈ। ਆਪ ਜੀ ਨਾਲ ਬਚਨ ਸਾਂਝਾ ਕਰਾਂ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਤੂੰ ਜੋ ਕਰਕੇ ਆਇਆ ਕਬੂਲ ਕਰ, ਮੰਨ ਜਾ, ਪਰ ਮਨੁੱਖ ਮੰਨਦਾ ਹੀ ਨਹੀਂ।
ਕੰਠ ਲਾਏ ਔਗਣ ਸਭ ਮੇਟੇ। ਜਿਹੜਾ ਆ ਕੇ ਜਿਹਨੇ ਕਬੂਲ ਕਰ ਲਿਆ ਉਹਨੂੰ ਗਲੇ ਨਾਲ ਲਾ ਲੈਂਦਾ ਹੈ। ਦਿਆਲ ਪੁਰਖ ਬਖਸ਼ੰਦ, ਕਿਉਂ? ਉਹ ਦਿਆਲੂ ਹੈ। ਵੀ ਗੁਰੂ ਕੋਲ ਆ ਕੇ ਆਪਣੇ ਔਗਣ, ਆਪਣੀਆਂ ਗਲਤੀਆਂ ਨੂੰ ਕਬੂਲ ਕਰ ਲੈਣਾ, ਸਮਝੋ ਆਪਣੇ ਔਗਣਾਂ ਨੂੰ ਮਾਫ ਕਰਵਾ ਲੈਣਾ ਹੈ। ਹੁਣ ਈਸਾਈ ਮਤ ਵਿੱਚ ਕੀ ਹੈ, ਉਹਨਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਚਰਚ ਵਿੱਚ, ਉੱਥੇ ਇਕੱਲਾ ਬੰਦਾ ਜਾਂਦਾ ਹੈ, ਉੱਥੇ ਖੜਾ ਹੋ ਕੇ ਆਪਣੀ ਗਲਤੀਆਂ ਨੂੰ ਮੰਨਦਾ ਵੀ ਅੱਜ ਦਿਨ ਵਿੱਚ ਮੇਰੇ ਕੋਲ ਇਹ ਗਲਤੀ ਹੋਈ ਹੈ, ਮੈਂ ਇਹ ਪਾਪ ਕੀਤਾ ਹੈ, ਵੀ ਗੋਡ ਮੈਨੂੰ ਮਾਫ ਕਰ ਦੇ। ਕਾਰਨ ਜਿਹਨੂੰ ਆਪਾਂ ਧਰਮੀ ਸਮਝ ਕੇ ਬੈਠੇ ਹਾਂ, ਸਾਰਿਆਂ ਸਾਹਮਣੇ ਆਖੇ ਵੀ ਅੱਜ ਮੈਂ ਚੋਰੀ ਕੀਤੀ ਹੈ, ਮੈਂ ਹੇਰਾ ਫੇਰੀ ਕੀਤੀ ਹੈ, ਦੂਜਾ ਵੇਖਣ ਵਾਲਾ ਆਖੇਗਾ ਵੀ ਮੈਂ ਤਾਂ ਬੜਾ ਧਰਮੀ ਸਮਝਦਾ ਸੀ ਪਰ ਇਹ ਤਾਂ ਹੈ ਐਸਾ ਨਿਕਲਿਆ। ਉਹਨਾਂ ਨੇ ਬਾਕਸ ਬਣਾਇਆ ਵੀ ਆਵਾਜ਼ ਬਾਹਰ ਨਹੀਂ ਸੁਣਦੀ, ਜੋ ਬਾਹਰ ਖੜਾ ਹੈ, ਵੀ ਅੰਦਰ ਜਾ ਕੇ ਬੋਲ ਕੇ ਕਬੂਲ ਕਰ। ਬਾਹਰਲਾ ਕੋਈ ਤੈਨੂੰ ਨਹੀਂ ਸੁਣ ਰਿਹਾ। ਕੈਬਨ ਬਣੇ ਹੁੰਦੇ ਨੇ ਵੀ ਅੰਦਰ ਜਾ ਕੇ ਕਬੂਲ ਕਰਦੇ ਨੇ ਵੀ ਸਾਡੇ ਕੋਲੋਂ ਇਹ ਗਲਤੀ ਹੋਈ ਹੈ, ਵੀ ਸਾਨੂੰ ਮਾਫ ਕਰ ਦੇ। ਪਰ ਗੁਰਸਿੱਖੀ ਕਹਿੰਦੀ ਹੈ ਵੀ ਤੈਨੂੰ ਕੈਬਨ ਵਿੱਚ ਜਾਣ ਦੀ ਲੋੜ ਨਹੀਂ, ਤੂੰ ਗੁਰੂ ਕੋਲ ਆ ਬੋਲ ਕੇ ਵੀ ਨਾ ਦੱਸ, ਆਪਣੇ ਮਨ ਅੰਦਰ ਹੀ ਕਬੂਲ ਕਰ ਲੈ, ਪਰਮਾਤਮਾ ਤੈਨੂੰ ਮਾਫ ਕਰ ਦੇਗਾ। ਕਿਉਂ ਬੋਲ ਕੇ ਦੱਸਣ ਦੀ ਕਿਉਂ ਲੋੜ ਨਹੀਂ? ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕਿਚੈ ਅਰਦਾਸ। ਹੋਰ ਬਚਨ ਹੁੰਦਾ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋ। ਹੋਰ ਬਚਨ ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਰਦਗਾਰ। ਹਰੇਕ ਦਿਲ ਦਾ ਮਾਲਕ ਹੈ, ਦਿਲ ਦੀ ਜਾਣਦਾ ਹੈ, ਵੀ ਤੂੰ ਆ ਕੇ ਕਬੂਲ ਕਰ ਲੈ, ਪਰਮਾਤਮਾ ਤੈਨੂੰ ਮਾਫ ਕਰ ਦੇਗਾ। ਹੁਣ ਸੱਜਣ ਨੂੰ ਸਮਝ ਲੱਗ ਗਈ ਵੀ ਜੋ ਸ਼ਬਦ ਚੱਲ ਰਿਹਾ ਮੇਰੀ ਜ਼ਿੰਦਗੀ ਤੇ ਢੁੱਕ ਰਿਹਾ ਹੈ। ਹੁਣ ਹੌਲੀ ਹੌਲੀ ਜੋ ਲੁੱਟਣ ਦੇ ਇਰਾਦੇ ਦੇ ਨਾਲ ਆਇਆ ਸੀ, ਹੁਣ ਨੇਤਰ ਬੰਦ, ਹੁਣ ਨੇਤਰਾਂ ਵਿੱਚੋਂ ਹੰਝੂ ਵਹਿ ਰਹੇ ਨੇ ਪਛਤਾਵੇ ਦੇ ਵੀ ਸਾਰੀ ਜ਼ਿੰਦਗੀ ਮਾੜਾ ਹੀ ਕੰਮ ਕਰਦਾ ਰਿਹਾ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇਤਰ ਖੋਲੇ ਨਾ, ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਮੈਨੂੰ ਮਾਫ ਕਰ ਦੇ, ਮੈਂ ਗੁਨਾਹਗਾਰ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੂੰ ਤਾਂ ਸੇਖ ਸੱਜਣ ਹੈ। ਕਹਿੰਦਾ ਸਤਿਗੁਰੂ ਜੀ ਤੁਸੀਂ ਤਾਂ ਜਾਣੇ ਜਾਣੋ, ਲੋਕਾਂ ਦੀ ਨਜ਼ਰਾਂ ਵਿੱਚ ਮੈਂ ਸੇਖ ਸੱਜਣ ਹਾਂ, ਤੁਹਾਡੀ ਨਜ਼ਰਾਂ 'ਚ ਮੈਂ ਸੱਜਣ ਠੱਗ ਹਾਂ। ਤੁਸੀਂ ਜਾਣ ਲਿਆ, ਬੁੱਝ ਲਿਆ ਵੀ ਮੈਂ ਸੱਜਣ ਨਹੀਂ, ਮੈਂ ਤਾਂ ਠੱਗ ਹਾਂ। ਮੇਰੇ ਕੰਮ ਮਾੜੇ ਨੇ, ਮੇਰੀਆਂ ਕਰਤੂਤਾਂ ਮਾੜੀਆਂ ਨੇ, ਮੈਨੂੰ ਬਖਸ਼ ਦੇਵੋ। ਦੇਖੋ ਗੁਰੂ ਨਾਨਕ ਪਾਤਸ਼ਾਹ ਉਹ ਦਿਆਲੂ ਸਨ। ਸੱਜਣ ਨੂੰ ਚੁੱਕ ਕੇ ਆਪਣੀ ਗਲਵਕੜੀ ਦੇ ਨਾਲ ਲਾ ਲਿਆ, ਕਹਿਣ ਲੱਗੇ ਜੇ ਨਾ ਸੱਜਣ ਰੱਖਿਆ ਨਾ, ਫਿਰ ਸੱਜਣਾ ਵਾਲੇ ਕੰਮ ਕਰ, ਚੰਗੇ ਕੰਮ ਕਰ, ਕੰਮ ਮਾੜੇ ਲਿਬਾਸ ਹੋਰ ਤੇ ਕੰਮ ਹੋਰ। ਵੀ ਜਿਸ ਤਰ੍ਹਾਂ ਦਾ ਲਿਬਾਸ ਪਹਿਨਿਆ ਉਸ ਤਰ੍ਹਾਂ ਦੇ ਕੰਮ ਕਰ। ਹੁਣ ਸੱਜਣ ਚਰਨਾਂ ਤੇ ਢਹਿ ਪਿਆ, ਕਹਿਣ ਲੱਗਾ ਹੁਣ ਤੁਸੀਂ ਹੁਕਮ ਕਰੋ ਵੀ ਮੈਂ ਆਪਣਾ ਜੀਵਨ ਕਿਵੇਂ ਬਤੀਤ ਕਰਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਜੀਵਨ ਉਵੇਂ ਹੀ ਬਤੀਤ ਕਰ ਜਿਵੇਂ ਬਤੀਤ ਕਰ ਰਹੇ ਹੈ, ਇਸ ਤਰ੍ਹਾਂ ਹੀ ਆਏ ਗਏ ਦੀ ਸੇਵਾ ਕਰ, ਲੰਗਰ ਲਾ, ਪਰ ਜੋ ਲੁੱਟ ਖੋਹ ਕਰਦਾ ਇਹ ਬੰਦ ਕਰ ਦੇ। ਤੇ ਉਸ ਦਿਨ ਤੋਂ ਲੰਗਰ ਵੀ ਉਵੇਂ ਚੱਲਿਆ, ਆਏ ਗਏ ਦੀ ਸੇਵਾ ਕਰਨੀ, ਭੋਜਨ ਛਕਾਉਣਾ। ਫਿਰ ਉਹ ਸੱਜਣ ਠੱਗ ਤੋਂ ਸੱਜਣ ਸੰਤ ਬਣ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਿਹਰਾਂ ਭਰਿਆ ਹੱਥ ਉਹਦੇ ਸਿਰ ਤੇ ਰੱਖਿਆ ਵੀ ਹੁਣ ਜਿਹੜਾ ਆਉਂਦਾ ਉਹਨੂੰ ਰਾਤ ਠਹਿਰਾਣਾ, ਭੋਜਨ ਛਕਾਉਣਾ। ਉਹਦੇ ਤੋਂ ਬਾਅਦ ਭਾਈ ਸਤ ਸੰਗ ਵੀ ਕਰਿਆ ਕਰ, ਆਪ ਵੀ ਨਾਮ ਜਪ ਹੋਰਨਾਂ ਨੂੰ ਵੀ ਜਪਾਇਆ ਕਰ। ਪਹਿਲਾਂ ਇਹ ਇੰਤਜ਼ਾਰ ਵਿੱਚ ਰਹਿੰਦਾ ਸੀ ਕਿ ਭੋਜਨ ਛਕ ਕੇ ਸੌਣ ਤੇ ਮੈਂ ਲੁੱਟਾਂ। ਹੁਣ ਜੀਵਨ ਵਿੱਚ ਇਹ ਬਦਲਾਅ ਆਇਆ ਵੀ ਭੋਜਨ ਛਕ ਲੈ ਤੇ ਬਹਿ ਕੇ ਸਤਸੰਗ ਕਰੀਏ। ਵੀ ਜਿਹੜਾ ਰਾਹਗੀਰ ਆਇਆ ਇਹ ਅੰਨ ਪਾਣੀ ਛਕੇ ਤੇ ਬਹਿ ਕੇ ਸਤਸੰਗ ਕਰੀਏ, ਪਰਮਾਤਮਾ ਦਾ ਨਾਮ ਜਪੀਏ। ਇਹ ਬਦਲਾਅ ਆ ਗਿਆ ਗੁਰੂ ਕੋਲ ਆਉਣ ਦੇ ਨਾਲ, ਗੁਰੂ ਦੀ ਸੰਗਤ ਕਰਨ ਦੇ ਨਾਲ। ਪਹਿਲਾਂ ਇਹ ਸੀ ਵੀ ਸੋਵੇ ਤੇ ਲੁੱਟਾਂ, ਹੁਣ ਇਹ ਆ ਵੀ ਭੋਜਨ ਛਕੇ ਵਿਹਲਾ ਹੋਵੇ ਤੇ ਮੈਂ ਬਹਿ ਕੇ ਇਹਦੇ ਨਾਲ ਸਤਸੰਗ ਕਰਾਂ। ਕਹਿ ਦਿੱਤਾ ਵੀ ਆਪ ਵੀ ਨਾਮ ਜਪ ਸੱਜਣ ਤੇ ਆਏ ਗਏ ਰਾਹਗੀਰਾਂ ਨੂੰ ਵੀ ਨਾਮ ਜਪਾ, ਤੇਰੇ ਤੇ ਪਰਮਾਤਮਾ ਦੀ ਕਿਰਪਾ ਵਰਤੇਗੀ, ਪਰਮਾਤਮਾ ਦੀ ਖੁਸ਼ੀ ਹੋਵੇਗੀ ਤੇਰੇ ਤੇ ਉਹ ਸੱਜਣ ਠੱਗ ਤੋਂ ਸੱਜਣ ਸੰਤ ਬਣ ਗਿਆ। ਸੋ ਕੱਲ ਆਪਾਂ ਅੱਗੇ ਇਤਿਹਾਸ ਸਰਵਣ ਕਰਾਂਗੇ। ਆਓ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ।